हाँ जी स्टूडेंट्स, ਅੱਜ ਜੋ ਆਪਣਾ ਟੌਪਿਕ ਹੈ ਇਹ ਹੈ 6th ਕਲਾਸ ਦਾ ਟੌਪਿਕ ਵਿਆਕਰਨ, ਜਿਹਦੇ ਵਿੱਚ ਆਪਾਂ ਨੂੰ ਵਿਆਕਰਨ ਕਿਉਂ ਜ਼ਰੂਰੀ ਹੈ। ਤਾਂ ਬੱਚਿਓ ਇਸ ਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਸਮਝੋ। ਜਦੋਂ ਭਾਸ਼ਾ ਹੋਂਦ ਵਿੱਚ ਆਈ, ਇਹ ਸਿਰਫ ਬੋਲੀ ਜਾਂਦੀ ਸੀ ਅਤੇ ਇਹ ਸ਼ੁੱਧ ਰੂਪ ਵਿੱਚ ਨਹੀਂ ਸੀ। ਤਾਂ ਫਿਰ ਸੁਣੋ ਬੱਚਿਓ, ਜਦੋਂ ਕਹਿੰਦੇ ਭਾਸ਼ਾ ਹੋਂਦ ਵਿੱਚ ਆਈ ਤਾਂ ਇਹ ਸਿਰਫ ਇਸ ਨੂੰ ਉਚਾਰਿਆ ਜਾਂਦਾ ਸੀ, ਬੋਲਿਆ ਜਾਂਦਾ ਸੀ, ਇਸ ਦਾ ਕੋਈ ਸ਼ੁੱਧ ਰੂਪ ਨਹੀਂ ਸੀ। ਫਿਰ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਬੋਲਣ ਦੀ ਲੋੜ ਮਹਿਸੂਸ ਹੋਈ ਤੇ ਫਿਰ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਬੋਲਣ ਦੀ ਲੋੜ ਮਹਿਸੂਸ ਹੋਈ। ਇਸ ਨੂੰ ਸ਼ੁੱਧ ਅਤੇ ਮਿਆਰੀ ਰੂਪ ਦੇਣ ਲਈ ਕੁਝ ਨਿਯਮ ਹੋਂਦ ਵਿੱਚ ਆਏ। ਤਾਂ ਫਿਰ ਸੁਣੋ ਬੱਚਿਓ, ਕਹਿੰਦੇ ਵੀ ਭਾਸ਼ਾ ਜਿਹੜੀ ਸ਼ੁਰੂ ਦੇ ਵਿੱਚ ਇੱਕ ਸ਼ੁੱਧ ਰੂਪ ਵਿੱਚ ਨਹੀਂ ਸੀਗੀ, ਭਾਸ਼ਾ ਨੂੰ ਸ਼ੁੱਧ ਰੂਪ ਦੇਣ ਲਈ ਕੁਝ ਨਿਯਮ ਹੋਂਦ ਵਿੱਚ ਆਏ। ਇਸ ਲਈ ਸਾਨੂੰ ਵਿਆਕਰਨ ਦੀ ਬੱਚਿਓ ਜਿਹੜੀ ਹੈ ਜ਼ਰੂਰਤ ਪਈ। ਤੇ ਹੁਣ ਆਪਾਂ ਵਿਆਕਰਨ ਦੀ ਜਿਹੜੀ ਕਰੈਕਟ ਪਰਿਭਾਸ਼ਾ ਉਹ ਦੇਖਦੇ ਹਾਂ। ਵਿਆਕਰਨ ਦੀ ਪਰਿਭਾਸ਼ਾ ਕਹਿੰਦੀ ਭਾਸ਼ਾ ਵਿਗਿਆਨੀਆਂ ਨੇ ਭਾਸ਼ਾ ਦਾ ਮਿਆਰੀ ਰੂਪ ਜਾਣਨ ਲਈ ਕੁਝ ਨਿਯਮ ਬਣਾਏ ਹਨ। ਨਿਯਮਾਂ ਦੇ ਇਸ ਇਕੱਠ ਨੂੰ ਵਿਆਕਰਨ ਆਖਦੇ ਹਨ। ਇਸੇ ਤਰ੍ਹਾਂ ਹੀ ਭਾਸ਼ਾ ਵਿਗਿਆਨੀਆਂ ਨੇ ਭਾਸ਼ਾ ਦੇ ਸ਼ੁੱਧ ਰੂਪ ਨੂੰ ਜਾਣਨ ਲਈ ਕੁਝ ਨਿਯਮ ਬਣਾਏ ਹਨ, ਤਾਂ ਉਸ ਨੂੰ ਕੀ ਕਹਿੰਦੇ ਨੇ? ਤਾਂ ਵਿਆਕਰਨ ਆਖਦੇ ਹਨ। ਤਾਂ ਬੇਟੇ ਆਪਾਂ ਇਹਦੇ ਵਿੱਚ ਐਗਜ਼ਾਮਪਲ ਦੇਖਦੇ ਹਾਂ। ਆ ਸ਼ੁੱਧ ਰੂਪ ਵਾਲੀ ਕਿਹੜੀ ਹੈ? ਮੈਂ ਜਾਂਦਾ ਹਾਂ। ਤੇ ਇਹੀ ਵਿਆਕਰਨਿਕ ਰੂਪ ਜਿਹੜਾ ਇਹਦਾ ਸ਼ੁੱਧ ਰੂਪ ਹੈ ਉਹਦੇ ਵਿੱਚ ਕੀ ਹੈ? ਮੈਂ ਜਾਂਦਾ ਹਾਂ। ਇਸੇ ਤਰ੍ਹਾਂ ਸੈਕਿੰਡ ਹੈ ਉਹ ਕਿੱਥੇ ਗਏ ਹੈ। ਇਸ ਗੱਲ ਦਾ ਕੋਈ ਮਤਲਬ ਨਹੀਂ ਨਿਕਲਦਾ, ਕੋਈ ਸਹੀ ਰੂਪ ਨਹੀਂ ਹੈ। ਤੇ ਦੂਸਰੇ ਪਾਸੇ ਇਸ ਦਾ ਸਹੀ ਰੂਪ ਦੇਖੋ, ਉਹ ਕਿੱਥੇ ਗਏ ਹਨ। ਤਾਂ ਥਰਡ ਦੇਖੋ ਬੇਟੇ, ਪਿਤਾ ਜੀ ਆਏ, ਪਿਤਾ ਜੀ ਆਏ ਹਨ। ਤਾਂ ਇਸੇ ਤਰ੍ਹਾਂ ਹੀ ਬੱਚੋ ਵਿਆਕਰਨ ਦੇ ਭੇਦ। ਹੁਣ ਆਪਣਾ ਅਗਲਾ ਕੁਐਸਚਨ ਵਿੱਚ ਪੈਦਾ ਹੋ ਜਾਂਦਾ ਹੈ ਕਿ ਵਿਆਕਰਨ ਦੇ ਭੇਦ। ਤਾਂ ਵਿਆਕਰਨ ਦੇ 4 ਭੇਦ ਹਨ। ਸਭ ਤੋਂ ਪਹਿਲਾਂ ਆ ਜਾਂਦਾ ਬੇਟੇ ਅੱਖਰਬੋਧ। ਅੱਖਰਬੋਧ ਦੇ ਵਿੱਚ ਕੀ ਆ ਜਾਂਦਾ? ਅੱਖਰ ਆ ਜਾਂਦੇ ਨੇ ਜਿਹਦੇ ਵਿੱਚ ਆਪਣੇ ਸਵਰ ਤੇ ਵਿਅੰਜਨ ਊੜਾ ਆੜਾ ਈੜੀ ਵਾਲੇ ਇਹ ਸਾਰੇ ਅੱਖਰ ਆ ਜਾਂਦੇ ਨੇ। ਨਾਲ ਹੀ ਆਪਣੀਆਂ ਲਗਾ ਮਾਤਰਾਵਾਂ। ਲਗਾ ਮਾਤਰਾਵਾਂ ਦੇ ਵਿੱਚ ਕੀ ਹੈ? ਜਿਹਦੇ ਵਿੱਚ ਆਪਣੀਆਂ 10 ਲਗਾ ਮਾਤਰਾਵਾਂ, ਸਿਹਾਰੀ ਬਿਆਰੀ ਔਂਕੜ ਲੈਂਕੜ ਉਹ ਸਾਰੇ ਆਉਂਦੇ ਨੇ। ਤੇ ਇਸੇ ਤਰ੍ਹਾਂ ਹੀ ਆਪਣੇ ਲਗਾਖਰ ਆ ਜਾਂਦੇ ਆ। ਲਗਾਖਰ ਕਿਹੜੇ ਆ? ਜਿਹੜੇ ਗਿਣਤੀ ਦੇ ਵਿੱਚ 3 ਹਨ, ਬਿੰਦੀ ਟਿੱਪੀ ਤੇ ਅਧਕ। ਇਸੇ ਤਰ੍ਹਾਂ ਹੀ ਆ ਬੇਟਾ ਸੈਕਿੰਡ ਆਪਣਾ ਸ਼ਬਦ ਬੋਧ। ਸ਼ਬਦ ਬੋਧ ਦੇ ਵਿੱਚ ਆਪਣਾ ਸ਼ਬਦ ਆ ਜਾਂਦਾ ਹੈਗਾ, ਜਿਹਦੇ ਵਿੱਚ ਆਪਣੇ 3 ਸ਼ਬਦ 4 ਸ਼ਬਦ ਜਾਂ ਸ਼ਬਦ ਦੀ ਰਚਨਾ ਆ ਜਾਂਦੀ ਹੈ, ਵੀ ਸ਼ਬਦਾਂ ਦੇ ਅਰਥ ਨਿਕਲਦੇ ਆ ਕਿ ਨਹੀਂ। ਇਸੇ ਤਰ੍ਹਾਂ ਹੀ ਬੇਟੇ ਸ਼ਬਦ ਰੂਪਾਂਤਰਨ ਆ ਜਾਂਦੇ ਆ। ਸ਼ਬਦ ਰੂਪਾਂਤਰਨ ਦੇ ਵਿੱਚ ਜਦੋਂ ਆਪਾਂ ਇੱਕ ਸ਼ਬਦ ਨੂੰ ਦੂਜੇ ਸ਼ਬਦ ਵਿੱਚ ਆਪਾਂ ਕਿਵੇਂ ਤਬਦੀਲ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਇਹਦਾ ਬੇਟੇ ਥਰਡ ਪਾਰਟ ਹੈ ਵਾਕ ਬੋਧ। ਵਾਕ ਬੋਧ ਦੇ ਵਿੱਚ ਆਪਣਾ ਆ ਜਾਂਦਾ ਵਾਕ ਰਚਨਾ ਆ ਜਾਂਦੀ ਹੈ। ਵਾਕ ਦੀ ਰਚਨਾ ਆਪਣਾ ਕਿਵੇਂ ਕਰ ਸਕਦੇ ਹਾਂ, ਅੱਗੋਂ ਦੇਖਦੇ ਹਾਂ ਵਾਕ ਦੀ ਬਣਤਰ ਕਿਵੇਂ ਆ, ਜਾਂ ਵਾਕ ਵਟਾਂਦਰਾ ਤੇ ਵਿਸ਼ਰਾਮ ਚਿੰਨ੍ਹਾਂ ਬਾਰੇ ਦੱਸਿਆ ਜਾਂਦਾ ਹੈ। ਇਸੇ ਤਰ੍ਹਾਂ ਬੇਟੇ ਇਹਦਾ ਲਾਸਟ ਆ ਜਾਂਦਾ ਹੈਗਾ ਪਾਰਟ ਅਰਥਬੋਧ। ਅਰਥਬੋਧ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਇਹਦੇ ਵਿੱਚ ਵਿਰੋਧੀ ਸ਼ਬਦਾਂ ਦੇ ਵਿਰੋਧੀ ਸ਼ਬਦ ਹੁੰਦੇ ਨੇ ਜਿਹੜੇ ਇੱਕ ਦੂਜੇ ਦੇ ਉਲਟਾ ਅਰਥ ਰੱਖਦੇ ਨੇ। ਇਸੇ ਤਰ੍ਹਾਂ ਹੀ ਬੇਟੇ ਸਮਾਨ ਅਰਥਕ ਸ਼ਬਦ। ਸਮਾਨ ਅਰਥਕ ਸ਼ਬਦ ਉਹ ਹੁੰਦੇ ਨੇ ਜਿਹੜੇ ਮਤਲਬ ਕਿ ਇੱਕੋ ਜਿਹੇ ਅਰਥ ਰੱਖਦੇ ਨੇ। ਇਸੇ ਤਰ੍ਹਾਂ ਹੀ ਬਹੁ ਅਰਥਕ ਸ਼ਬਦ ਹੈ ਵੀ ਇੱਕ ਸ਼ਬਦ ਦੇ ਵਿੱਚ ਆਪਾਂ ਨੂੰ ਉਸ ਤੋਂ ਕਈ ਆਪਾਂ ਸ਼ਬਦ ਬਣਾ ਸਕਦੇ ਹਾਂ। ਇਸੇ ਤਰ੍ਹਾਂ ਹੀ ਆ ਜਾਂਦਾ ਹੈ ਬੇਟੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਜਿਸ ਦੇ ਵਿੱਚ ਆਪਾਂ ਬਹੁਤੇ ਸ਼ਬਦਾਂ ਥਾਂ ਇੱਕ ਸ਼ਬਦ ਕਰਦੇ ਹਾਂ। ਇਹ ਅਰਥਬੋਧ ਦਾ ਭਾਗ ਹੈ। ਤਾਂ ਇਸ ਤਰ੍ਹਾਂ ਬੇਟੇ ਆਪਣੇ ਵਿਆਕਰਨ ਦੇ 4 ਭੇਦ ਹੈ। ਵਿਆਕਰਨ ਦੇ 4 ਭੇਦਾਂ ਦੇ ਵਿੱਚ ਤੁਸੀਂ ਇਹ ਯਾਦ ਰੱਖਣਾ ਹੈ ਕਿ ਅੱਖਰਬੋਧ ਫਸਟ ਹੈ, ਸੈਕਿੰਡ ਆਪਣਾ ਸ਼ਬਦਬੋਧ ਹੈ, ਥਰਡ ਆਪਣਾ ਵਾਕਬੋਧ ਹੈ, ਚੌਥਾ ਕਿਹੜਾ ਆਪਣਾ ਅੱਖਰਬੋਧ। ਤਾਂ ਬੇਟੇ ਇਹ ਹੈ ਵਿਆਕਰਨ ਵਾਲਾ ਇੱਕ ਟੌਪਿਕ, ਜਿਸ ਦੇ ਵਿੱਚ ਆਪਾਂ ਨੂੰ ਦੱਸਿਆ ਗਿਆ ਹੈ ਕਿ ਵਿਆਕਰਨ ਕਿਉਂ ਜ਼ਰੂਰੀ ਹੈ। ਪਹਿਲਾਂ ਤੁਸੀਂ ਇਸ ਨੂੰ ਸਮਝਣਾ ਹੈ ਕਿ ਵਿਆਕਰਨ ਕਿਉਂ ਜ਼ਰੂਰੀ ਹੈ। ਭਾਸ਼ਾ ਦੇ ਸ਼ੁੱਧ ਰੂਪ ਨੂੰ ਸਮਝਣ ਲਈ ਆਪਣੇ ਲਈ ਜਿਹੜੀ ਵਿਆਕਰਨ ਹੈ ਉਹ ਜ਼ਰੂਰੀ ਹੈ। ਸੈਕਿੰਡ ਹੈ ਵਿਆਕਰਨ ਦੀ ਪਰਿਭਾਸ਼ਾ, ਜਿਹੜੀ ਤੁਹਾਨੂੰ ਮੈਂ ਵਿਆਕਰਨ ਦੀ ਸ਼ੁੱਧ ਪਰਿਭਾਸ਼ਾ ਲਿਖਾਈ ਹੈ ਤੁਸੀਂ ਉਹ ਰਾਈਟ ਕਰਨੀ ਆਪਣੀ ਨੋਟਬੁੱਕ 'ਤੇ। ਤੇ ਥਰਡ ਤੁਹਾਡਾ ਕੁਐਸਚਨ ਬਣਦਾ ਵਿਆਕਰਨ ਦੇ 4 ਭੇਦਾਂ ਦੇ ਨਾਂ ਲਿਖੋ। ਸਿਰਫ ਤੁਸੀਂ 4 ਭੇਦਾਂ ਦੇ ਨਾਂ ਦੱਸੇ, ਜਿਸ ਦੇ ਵਿੱਚ ਤੁਸੀਂ ਦੱਸੋਗੇ ਅੱਖਰਬੋਧ, ਸ਼ਬਦਬੋਧ, ਵਾਕਬੋਧ ਅਤੇ ਅਰਥਬੋਧ। ਤਾਂ ਬੇਟੇ ਇਹ ਵਿਆਕਰਨ ਦੇ ਨਾਲ ਰਿਲੇਟਡ ਮੈਂ ਤੁਹਾਨੂੰ 3 ਕੁਐਸਚਨ ਦੱਸੇ ਜਿਹੜੇ ਕਿ ਤੁਸੀਂ ਆਪਣੀ ਨੋਟਬੁੱਕ ਦੇ ਉੱਤੇ ਰਾਈਟ ਕਰਨੇ ਆ। ਤੁਹਾਡੀ ਜਿਹੜੀ ਰਾਈਟਿੰਗ ਹੈ ਬਹੁਤ ਵਧੀਆ ਹੋਣੀ ਚਾਹੀਦੀ ਹੈ। ਪੂਰਾ ਬੇਟੇ ਇੰਜੋਏ ਕਰਦੇ ਹੋਏ ਪੜ੍ਹੋ, ਕੋਈ ਟੈਨਸ਼ਨ ਤੁਸੀਂ ਨਹੀਂ ਲੈਣੀ ਗੀ। ਜਿੰਨਾ ਤੁਸੀਂ ਘਰ ਬੈਠ ਕੇ ਵਧੀਆ ਰਿਵਾਈਜ਼ ਕਰੋਗੇ ਉਹਨਾਂ ਤੁਹਾਨੂੰ ਟੀਚਰਸ ਦੀ ਵਧੀਆ ਸਮਝ ਆਏਗੀ। ਕੁਝ ਵੀ ਔਖਾ ਨਹੀਂ ਹੁੰਦਾ ਬੇਟੇ, ਲਾਈਫ ਦੇ ਵਿੱਚ ਬਹੁਤ ਆਸਾਨ ਹੈ ਜਿਹੜਾ ਅਸੀਂ ਤੁਹਾਨੂੰ ਕੰਮ ਕਰਵਾ ਰਹੇ ਹਾਂ। ਥੈਂਕਸ।